जलवायु। प्यारे विद्यार्थियों, जलवायु वायुमंडल ਦਾ ਮਹੱਤਵਪੂਰਨ ਪਹਿਲੂ ਹੈ। ਜਲਵਾਯੂ ਬਨਸਪਤੀ ਅਤੇ ਜੀਵਾਂ ਦੀ ਵੰਡ ਦੀਆਂ ਹੱਦਾਂ ਨੂੰ ਤੈਅ ਕਰਦਾ ਹੈ। ਵੱਖ-ਵੱਖ ਸਥਾਨਾਂ ਉੱਤੇ ਮੁੱਖ ਤੱਤਾਂ ਜਾਂ ਕਾਰਕਾਂ ਅਨੁਸਾਰ ਜਲਵਾਯੂ ਵੀ ਵੱਖ-ਵੱਖ ਹੁੰਦੀ ਹੈ। ਮੌਸਮ ਇੱਕ ਦਿਨ ਲਈ ਹੁੰਦਾ ਹੈ ਅਤੇ ਜਲਵਾਯੂ ਕਿਸੇ ਸਥਾਨ ਤੇ ਲੰਬੇ ਸਮੇਂ ਦੇ ਮੌਸਮ ਦੀ ਔਸਤ ਮਿੱਥ ਕੇ ਕੱਢਿਆ ਜਾਂਦਾ ਹੈ। ਅਤੇ ਜਲਵਾਯੂ ਵਿਗਿਆਨ ਉਹ ਵਿਗਿਆਨ ਹੈ ਜੋ ਧਰਤੀ ਦੇ ਵੱਖ-ਵੱਖ ਕਿਸਮ ਦੇ ਜਲਵਾਯੂ ਅਤੇ ਉਹਨਾਂ ਦੇ ਕੁਦਰਤੀ ਵਾਤਾਵਰਣ ਉੱਤੇ ਪ੍ਰਭਾਵਾਂ ਦਾ ਅਧਿਐਨ ਕਰਦਾ ਹੈ। ਜਲਵਾਯੂ ਤੇ ਪ੍ਰਭਾਵ ਪਾਉਣ ਵਾਲੇ ਪ੍ਰਮੁੱਖ ਤੱਤ: ਭੂਮੱਧ ਰੇਖਾ ਤੋਂ ਦੂਰੀ, ਸਮੁੰਦਰ ਤੋਂ ਦੂਰੀ, ਸਮੁੰਦਰ ਤੋਂ ਉਚਾਈ, ਧਰਾਤਲੀ ਅਸਰ, ਪੌਣਾਂ ਦਾ ਪ੍ਰਭਾਵ, ਜੈਟ ਸਟ੍ਰੀਮ। ਭੂਮੱਧ ਰੇਖਾ ਤੋਂ ਦੂਰੀ। ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਣ ਕਾਰਨ ਭੂਮੱਧ ਰੇਖਾ ਤੇ ਸਾਰਾ ਸਾਲ ਗਰਮੀ ਪੈਂਦੀ ਰਹਿੰਦੀ ਹੈ। ਜਿਉਂ-ਜਿਉਂ ਭੂਮੱਧ ਰੇਖਾ ਤੋਂ ਧਰੁਵਾਂ ਵੱਲ ਜਾਈਏ ਤਾਂ ਗਰਮੀ ਘਟਦੀ ਜਾਂਦੀ ਹੈ। ਸਮੁੰਦਰ ਤੋਂ ਦੂਰੀ। ਸਮੁੰਦਰ ਦੇ ਨੇੜੇ ਸਥਾਨਾਂ ਤੇ ਗਰਮੀਆਂ ਵਿੱਚ ਘੱਟ ਗਰਮੀ ਤੇ ਸਰਦੀਆਂ ਵਿੱਚ ਘੱਟ ਸਰਦੀ ਪੈਂਦੀ ਹੈ, ਜਿਵੇਂ ਕਿ ਭਾਰਤ ਵਿੱਚ ਮੁੰਬਈ ਸ਼ਹਿਰ। ਸਮੁੰਦਰ ਤੋਂ ਦੂਰ ਵਾਲੇ ਇਲਾਕੇ ਜਿਵੇਂ ਕਿ ਅੰਮ੍ਰਿਤਸਰ ਆਦਿ ਦਾ ਤਾਪਮਾਨ ਜ਼ਿਆਦਾ ਗਰਮ ਤੇ ਸਰਦੀ ਵਿੱਚ ਵਧੇਰੇ ਠੰਡਾ ਹੁੰਦਾ ਹੈ। ਸਮੁੰਦਰ ਤੋਂ ਉਚਾਈ। ਕਿਸੇ ਸਥਾਨ ਦੀ ਉਚਾਈ ਜਿਵੇਂ-ਜਿਵੇਂ ਵੱਧਦੀ ਜਾਂਦੀ ਹੈ, ਤਿਵੇਂ-ਤਿਵੇਂ ਤਾਪਮਾਨ ਘਟਦਾ ਜਾਂਦਾ ਹੈ। ਜਿਵੇਂ ਸ਼ਿਮਲਾ ਉਚਾਈ ਤੇ ਹੋਣ ਕਾਰਨ ਠੰਡਾ ਰਹਿੰਦਾ ਹੈ। ਇਹ ਸਭ ਹਵਾ ਦੇ ਸੰਘਣੇਪਨ ਤੇ ਨਿਰਭਰ ਕਰਦਾ ਹੈ। ਧਰਾਤਲੀ ਅਸਰ। ਧਰਾਤਲ ਦਾ ਜਲਵਾਯੂ ਤੇ ਬੜਾ ਅਸਰ ਹੁੰਦਾ ਹੈ। ਉੱਚੇ ਪਹਾੜ ਠੰਡੀਆਂ ਹਵਾਵਾਂ ਨੂੰ ਰੋਕ ਲੈਂਦੇ ਹਨ, ਜਿਵੇਂ ਕਿ ਹਿਮਾਲਾ ਪਰਬਤ ਠੰਡੀਆਂ ਅਤੇ ਖੁਸ਼ਕ ਪੌਣਾਂ ਨੂੰ ਭਾਰਤ ਵਿੱਚ ਆਉਣ ਤੋਂ ਰੋਕਦਾ ਹੈ। ਪੌਣਾਂ ਦਾ ਪ੍ਰਭਾਵ। ਨਮੀ ਨਾਲ ਭਰੀਆਂ ਪੌਣਾਂ ਵਰਖਾ ਲਈ ਸਹਾਇਕ ਹਨ। ਪੌਣਾਂ ਕਿਸੇ ਥਾਂ ਦੇ ਮੌਸਮ ਵਿੱਚ ਤੁਰੰਤ ਤਬਦੀਲੀ ਲਿਆਉਂਦੀਆਂ ਹਨ, ਜਿਵੇਂ ਕਿ ਮੌਨਸੂਨ ਪੌਣਾਂ ਦਾ ਭਾਰਤ ਦੀ ਜਲਵਾਯੂ ਤੇ ਬੜਾ ਪ੍ਰਭਾਵ ਪੈਂਦਾ ਹੈ। ਜੈਟ ਸਟ੍ਰੀਮ। ਉੱਪਰਲੇ ਹਵਾ ਚੱਕਰ ਨੂੰ ਜੈਟ ਸਟ੍ਰੀਮ ਕਿਹਾ ਜਾਂਦਾ ਹੈ। ਇਹਨਾਂ ਚੱਕਰਵਾਤਾਂ ਦੇ ਕਾਰਨ ਸਰਦੀਆਂ ਨੂੰ ਭਾਰਤ ਦੇ ਪੱਛਮੀ ਭਾਗਾਂ ਵਿੱਚ ਵਰਖਾ ਹੁੰਦੀ ਹੈ। ਇਹ ਉੱਤਰੀ ਭਾਰਤ ਦੀ ਕਣਕ ਦੀ ਖੇਤੀ ਲਈ ਬਹੁਤ ਲਾਭਦਾਇਕ ਹੈ। ਜੈਟ ਸਟ੍ਰੀਮ ਦੀ ਉਚਾਈ ਲਗਭਗ 12 ਕਿਲੋਮੀਟਰ ਹੁੰਦੀ ਹੈ। ਇਸ ਦੀ ਰਫ਼ਤਾਰ ਗਰਮੀਆਂ ਵਿੱਚ ਲਗਭਗ 110 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਰਦੀਆਂ ਵਿੱਚ 184 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਸਰਦੀਆਂ ਦੀ ਰੁੱਤ ਵਿੱਚ ਰੂਮ ਸਾਗਰ, ਜਿਸ ਨੂੰ ਅਸੀਂ ਭੂਮੱਧ ਸਾਗਰ ਵੀ ਆਖ ਦਿੰਦੇ ਹਾਂ, ਤੋਂ ਪੱਛਮੀ ਚੱਕਰਵਾਤ ਭਾਰਤ ਵਿੱਚ ਜੈਟ ਸਟ੍ਰੀਮ ਕਾਰਨ ਹੀ ਆਉਂਦੇ ਹਨ। ਇਹਨਾਂ ਚੱਕਰਵਾਤਾਂ ਦੇ ਕਾਰਨ ਸਰਦੀਆਂ ਨੂੰ ਭਾਰਤ ਦੇ ਪੱਛਮੀ ਅਤੇ ਉੱਤਰ ਪੱਛਮੀ ਭਾਗਾਂ ਵਿੱਚ ਵਰਖਾ ਹੁੰਦੀ ਹੈ ਤੇ ਉੱਤਰੀ ਭਾਰਤ ਦੀ ਕਣਕ ਦੀ ਖੇਤੀ ਲਈ ਇਹ ਵਰਖਾ ਬੜੀ ਲਾਹੇਵੰਦ ਹੁੰਦੀ ਹੈ। ਇਸ ਪਾਠ ਵਿੱਚ ਅਗਲਾ ਮਹੱਤਵਪੂਰਨ ਸਿਰਲੇਖ ਵਰਖਾ ਹੈ। ਵਰਖਾ ਨਮੀ ਨਾਲ ਭਰੀ ਹੋਈ ਪੌਣ ਭਾਵ ਹਵਾ ਜਦੋਂ ਉੱਪਰ ਉੱਠਦੀ ਹੋਈ ਸਮੁੰਦਰ ਤਲ ਤੋਂ ਉਚਾਈ ਤੇ ਜਾ ਕੇ ਠੰਡੀ ਹੋ ਕੇ ਨਮੀ ਨੂੰ ਆਪਣੇ ਅੰਦਰ ਸਮਾ ਕੇ ਰੱਖਣ ਕਾਰਨ ਸੰਘਣਨ ਕਿਰਿਆ ਕਰਦੀ ਹੈ, ਭਾਵ ਨਮੀ ਦੇ ਜਲ ਕਣ ਬੱਦਲਾਂ ਦਾ ਰੂਪ ਲੈ ਲੈਂਦੇ ਹਨ। ਬੱਦਲਾਂ ਦੇ ਵਧੇਰੇ ਠੰਡਾ ਹੋਣ ਤੇ ਇਹ ਨਮੀ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਭਾਵ ਵਰਖਾ ਬਣ ਕੇ ਧਰਤੀ ਤੇ ਡਿੱਗਦੀ ਹੈ।
ਸਧਾਰਨ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਵਾਸ਼ਪੀਕਰਨ ਦੀ ਕਿਰਿਆ ਉਪਰੰਤ ਜਦੋਂ ਵਾਯੂਮੰਡਲ ਆਪਣੇ ਵਿੱਚ ਹੋਰ ਨਮੀ ਨੂੰ ਜਜ਼ਬ ਨਹੀਂ ਕਰ ਪਾਉਂਦਾ ਅਤੇ ਉਸ ਨਮੀ ਨੂੰ ਸੰਘਣਨ ਦੀ ਕਿਰਿਆ ਉਪਰੰਤ ਬੱਦਲ ਬਣਾ ਕੇ ਪਾਣੀ ਦੀਆਂ ਬੂੰਦਾਂ ਨੂੰ ਦੁਬਾਰਾ ਧਰਤੀ ਤੇ ਭੇਜਣ ਦੀ ਕਿਰਿਆ ਨੂੰ ਵਰਖਾ ਦੀ ਕਿਰਿਆ ਕਹਿ ਸਕਦੇ ਹਾਂ। ਵਰਖਾ ਦੀ ਕਿਰਿਆ ਦਾ ਦੂਸਰਾ ਨਾਮ ਜਲ ਚੱਕਰ ਵੀ ਹੋ ਸਕਦਾ ਹੈ। ਵਰਖਾ ਦੀਆਂ ਕਿਸਮਾਂ। ਵਰਖਾ 3 ਪ੍ਰਕਾਰ ਦੀ ਹੁੰਦੀ ਹੈ। ਸੰਵੈਨ ਵਰਖਾ, ਪਰਬਤੀ ਵਰਖਾ, ਚੱਕਰਵਾਤੀ ਵਰਖਾ। ਸੰਵੈਨ ਵਰਖਾ ਭੂਮੱਧ ਰੇਖਾ ਖੰਡ ਵਿੱਚ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਣ ਕਾਰਨ ਤਿੱਖੀ ਗਰਮੀ ਨਾਲ ਵਾਯੂ ਦਾਬ ਘਟ ਜਾਂਦਾ ਹੈ। ਪੌਣਾ ਗਰਮ ਹੋ ਕੇ ਉੱਪਰ ਉੱਠਦੀਆਂ ਹਨ ਅਤੇ ਠੰਡੀਆਂ ਹੋ ਕੇ ਸੰਵੈਨ ਵਰਖਾ ਦੇ ਰੂਪ ਵਿੱਚ ਧਰਤੀ ਤੇ ਡਿੱਗਣ ਲੱਗ ਪੈਂਦੀਆਂ ਹਨ। ਇਸ ਵਰਖਾ ਵਿੱਚ ਬੱਦਲਾਂ ਦੀ ਗਰਜ ਅਤੇ ਬਿਜਲੀ ਦਾ ਚਮਕਣਾ ਬਹੁਤ ਹੁੰਦਾ ਹੈ। ਇਹ ਲੰਬੇ ਸਮੇਂ ਲਈ ਨਹੀਂ ਹੁੰਦੀ, ਜਿਵੇਂ ਕਿ ਭੂਮੱਧ ਰੇਖਕ ਖੇਤਰਾਂ ਦੀ ਵਰਖਾ ਸੰਵੈਨ ਵਰਖਾ ਦਾ ਹੀ ਰੂਪ ਹੈ। ਪਰਬਤੀ ਵਰਖਾ ਨਮੀ ਭਰੀਆਂ ਪੌਣਾਂ ਜਦੋਂ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਹਨ ਤਾਂ ਕਈ ਵਾਰੀ ਇਹਨਾਂ ਦੇ ਰਾਹ ਵਿੱਚ ਪਹਾੜਾਂ ਦੀ ਰੁਕਾਵਟ ਆ ਜਾਂਦੀ ਹੈ। ਇਸ ਰੁਕਾਵਟ ਨਾਲ ਇਹ ਪੌਣਾਂ ਉੱਪਰ ਉੱਠ ਕੇ ਠੰਡੀਆਂ ਹੋ ਜਾਂਦੀਆਂ ਹਨ ਤੇ ਇਹਨਾਂ ਵਿੱਚ ਸੰਘਣਨ ਕਾਰਨ ਵਰਖਾ ਸ਼ੁਰੂ ਹੋ ਜਾਂਦੀ ਹੈ। ਭਾਰਤ ਵਿੱਚ ਗਰਮੀਆਂ ਦੀ ਮੌਨਸੂਨ ਪੌਣਾਂ ਪਰਬਤ ਦੀ ਰੁਕਾਵਟ ਕਾਰਨ ਹੀ ਵਰਖਾ ਕਰਦੀਆਂ ਹਨ। ਚੱਕਰਵਾਤੀ ਵਰਖਾ ਜਿਹੜੀ ਵਰਖਾ ਚੱਕਰਵਾਤਾਂ ਦੇ ਆਉਣ ਕਾਰਨ ਹੋਵੇ ਉਸ ਨੂੰ ਚੱਕਰਵਾਤੀ ਵਰਖਾ ਕਿਹਾ ਜਾਂਦਾ ਹੈ। ਚੱਕਰਵਾਤ ਉਦੋਂ ਪੈਦਾ ਹੁੰਦਾ ਹੈ ਜਦੋਂ ਵਾਤਾਵਰਣ ਵਿੱਚ ਅੰਦਰ ਘੱਟ ਵਾਯੂ ਦਾਬ ਅਤੇ ਬਾਹਰ ਵੱਧ ਵਾਯੂ ਦਾਬ ਹੋਵੇ। ਪੌਣਾਂ ਵੱਧ ਤੋਂ ਘੱਟ ਵਾਯੂ ਦਾਬ ਵੱਲ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਤਰ੍ਹਾਂ ਘੱਟ ਵਾਯੂ ਦਾਬ ਵਾਲੀਆਂ ਪੌਣਾਂ ਉੱਪਰ ਉੱਠ ਕੇ ਠੰਡੀਆਂ ਹੋ ਕੇ ਵਰਖਾ ਵਰਸਾਉਂਦੀਆਂ ਹਨ। ਅਗਲਾ ਸਿਰਲੇਖ ਮੌਨਸੂਨ ਪੌਣਾਂ ਦਾ ਹੈ। ਮੌਨਸੂਨ ਪੌਣਾਂ ਜਿਹੜੀਆਂ ਪੌਣਾਂ ਮੌਸਮ ਦੇ ਅਨੁਸਾਰ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ ਉਹਨਾਂ ਨੂੰ ਮੌਨਸੂਨ ਪੌਣਾਂ ਕਿਹਾ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਇਹ ਸਮੁੰਦਰ ਤੋਂ ਧਰਤੀ ਵੱਲ ਅਤੇ ਸਰਦੀ ਦੇ ਮੌਸਮ ਵਿੱਚ ਧਰਤੀ ਤੋਂ ਸਮੁੰਦਰ ਵੱਲ ਚੱਲਦੀਆਂ ਹਨ। ਇਹਨਾਂ ਮੌਸਮੀ ਪੌਣਾਂ ਦਾ ਭਾਰਤ ਦੀ ਜਲਵਾਯੂ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਆਓ ਹੁਣ ਅਸੀਂ ਮੌਨਸੂਨ ਪੌਣਾਂ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਜਾਂ ਇਹਨਾਂ ਦੇ ਮੁੱਖ ਲੱਛਣਾਂ ਬਾਰੇ ਜਾਣੀਏ। ਮੌਨਸੂਨ ਪੌਣਾਂ ਦੇ ਚੱਲਣ ਲਈ ਬਹੁਤ ਸਾਰੇ ਕਾਰਕ ਸਹਾਇਕ ਹੁੰਦੇ ਹਨ। ਕਰਕ ਰੇਖਾ ਅਤੇ ਮਕਰ ਰੇਖਾ ਵਿਚਕਾਰ ਚਲਦੀਆਂ ਪੌਣਾਂ ਕਾਰਨ ਭਾਰਤ ਦਾ ਉੱਤਰ ਪੱਛਮੀ ਭਾਗ ਗਰਮ ਹੋ ਜਾਂਦਾ ਹੈ। ਇਸ ਕਾਰਨ ਵਾਯੂ ਦਾਬ ਘਟ ਜਾਂਦਾ ਹੈ, ਪਰੰਤੂ ਹਿੰਦ ਮਹਾਸਾਗਰ, ਅਰਬ ਸਾਗਰ ਤੇ ਬੰਗਾਲ ਦੀ ਖਾੜੀ ਉੱਤੇ ਵਾਯੂ ਦਾਬ ਵੱਧ ਜਾਂਦਾ ਹੈ। ਵਾਯੂ ਦਾਬ ਦੇ ਅੰਤਰ ਕਰਕੇ ਪੌਣਾਂ ਸਾਗਰਾਂ ਤੋਂ ਧਰਤੀ ਵੱਲ ਚੱਲਦੀਆਂ ਹਨ। ਇਹਨਾਂ ਨੂੰ ਗਰਮੀ ਦੀਆਂ ਮੌਨਸੂਨ ਪੌਣਾਂ ਕਹਿੰਦੇ ਹਨ। ਮੌਨਸੂਨ ਪੌਣਾਂ ਦੇ ਪ੍ਰਕਾਰ। ਗਰਮੀ ਦੀਆਂ ਮੌਨਸੂਨ ਪੌਣਾਂ ਅਤੇ ਸਰਦੀ ਦੀਆਂ ਮੌਨਸੂਨ ਪੌਣਾਂ। ਗਰਮੀ ਦੀਆਂ ਮੌਨਸੂਨ ਪੌਣਾਂ। ਗਰਮੀਆਂ ਦੀਆਂ ਮੌਨਸੂਨ ਪੌਣਾਂ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਅੱਧ ਤੱਕ ਚੱਲਦੀਆਂ ਹਨ। ਗਰਮੀਆਂ ਵਿੱਚ ਧਰਤੀ ਸਮੁੰਦਰ ਨਾਲੋਂ ਵੱਧ ਗਰਮ ਹੋ ਜਾਂਦੀ ਹੈ। ਇਸ ਕਾਰਨ ਵਾਯੂ ਦਾਬ ਘਟ ਜਾਣ ਕਾਰਨ ਪੌਣਾਂ ਸਮੁੰਦਰ ਤੋਂ ਧਰਤੀ ਵੱਲ ਚੱਲਣ ਲੱਗ ਪੈਂਦੀਆਂ ਹਨ। ਇਹ ਪੌਣਾਂ ਨਮੀ ਨਾਲ ਭਰੀਆਂ ਹੋਣ ਕਾਰਨ 90% ਵਰਖਾ ਗਰਮੀਆਂ ਦੀ ਮੌਨਸੂਨ ਪੌਣਾਂ ਕਾਰਨ ਹੁੰਦੀ ਹੈ। ਸਰਦੀਆਂ ਦੀਆਂ ਮੌਨਸੂਨ ਪੌਣਾਂ। ਠੰਡ ਦੇ ਮੌਸਮ ਵਿੱਚ ਧਰਤੀ ਸਮੁੰਦਰ ਨਾਲੋਂ ਜ਼ਿਆਦਾ ਠੰਡੀ ਹੋਣ ਕਾਰਨ ਵਾਯੂ ਦਾਬ ਵੱਧ ਜਾਂਦਾ ਹੈ। ਇਸ ਰੁੱਤ ਵਿੱਚ ਸਮੁੰਦਰ ਧਰਤੀ ਤੋਂ ਵਧੇਰੇ ਗਰਮ ਹੁੰਦਾ ਹੈ।
ਇਸ ਕਰਕੇ ਵਾਯੂ ਦਾਬ ਘੱਟ ਹੋ ਜਾਂਦਾ ਹੈ। ਪੌਣਾਂ ਦੀ ਦਿਸ਼ਾ ਧਰਤੀ ਵੱਲੋਂ ਸਮੁੰਦਰ ਵੱਲ ਹੋਣ ਕਾਰਨ ਇਹ ਖੁਸ਼ਕ ਹੁੰਦੀਆਂ ਹਨ ਤੇ ਵਰਖਾ ਨਹੀਂ ਕਰਦੀਆਂ। ਤਮਿਲਨਾਡੂ ਦੇ ਤੱਟ ਤੇ ਥੋੜੀ ਵਰਖਾ ਕਰਦੀਆਂ ਹਨ ਕਿਉਂਕਿ ਤਮਿਲਨਾਡੂ ਤੱਕ ਪਹੁੰਚਦੇ ਪਹੁੰਚਦੇ ਇਹ ਬੰਗਾਲ ਦੀ ਖਾੜੀ ਤੋਂ ਨਮੀ ਲੈ ਲੈਂਦੀਆਂ ਹਨ। ਮੌਨਸੂਨ ਪੌਣਾਂ ਦੀ ਗੱਲ ਕਰਦੇ ਹੋਏ ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਇੱਕ ਨਿਯਮ ਬਾਰੇ ਵੀ ਜਾਣਕਾਰੀ ਦੇਣਾ ਚਾਹੁੰਦੀ ਹਾਂ। ਇਸ ਨਿਯਮ ਨੂੰ ਕਰਿਓਲਿਸ ਫੋਰਸ ਜਾਂ ਫੈਰਲ ਦਾ ਨਿਯਮ ਕਿਹਾ ਜਾਂਦਾ ਹੈ। ਇਸ ਨਿਯਮ ਅਨੁਸਾਰ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਉੱਤਰੀ ਗੋਲਾ ਅਰਧ ਵਿੱਚ ਪੌਣਾ ਆਪਣੇ ਸੱਜੇ ਪਾਸੇ ਅਤੇ ਦੱਖਣੀ ਗੋਲਾ ਅਰਧ ਵਿੱਚ ਪੌਣਾ ਆਪਣੇ ਖੱਬੇ ਪਾਸੇ ਮੁੜ ਜਾਂਦੀਆਂ ਹਨ। ਇਸ ਸ਼ਕਤੀ ਨੂੰ ਹੀ ਫੈਰਲ ਦਾ ਨਿਯਮ ਜਾਂ ਧਰਤੀ ਦੀ ਵਿਖੰਪ ਸ਼ਕਤੀ ਕਿਹਾ ਜਾਂਦਾ ਹੈ। ਮੌਸਮ ਅਤੇ ਰੁੱਤਾਂ। ਮੌਨਸੂਨੀ ਜਲਵਾਯੂ ਹੋਣ ਕਰਕੇ ਭਾਰਤ ਵਿੱਚ ਕਈ ਪ੍ਰਕਾਰ ਦੀਆਂ ਰੁੱਤਾਂ ਹੁੰਦੀਆਂ ਹਨ। ਰੁੱਤ ਦੇ ਅਨੁਸਾਰ ਵੱਖਰਾ ਵੱਖਰਾ ਮੌਸਮ ਅਤੇ ਵਰਖਾ ਹੁੰਦੀ ਹੈ। ਜਲਵਾਯੂ ਦੇ ਅਨੁਸਾਰ ਭਾਰਤ ਨੂੰ ਮੁੱਖ 3 ਰੁੱਤਾਂ ਵਿੱਚ ਵੰਡਿਆ ਜਾ ਸਕਦਾ ਹੈ: ਗਰਮੀਆਂ ਦੀ ਰੁੱਤ, ਸਰਦੀਆਂ ਦੀ ਰੁੱਤ ਅਤੇ ਵਰਖਾ ਦੀ ਰੁੱਤ। ਗਰਮੀਆਂ ਦੀ ਰੁੱਤ ਦਿਨ ਸਮੇਂ ਬਹੁਤ ਗਰਮ ਖੁਸ਼ਕ ਹਵਾ, ਜਿਸ ਨੂੰ ਲੂ ਕਿਹਾ ਜਾਂਦਾ ਹੈ, ਵੀ ਚੱਲਦੀ ਹੈ। ਰਾਜਸਥਾਨ ਵਿੱਚ ਤੇਜ਼ ਹਨੇਰੀਆਂ ਅਤੇ ਝੱਖੜ ਚੱਲਦੇ ਹਨ। ਤਾਪਮਾਨ 50 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਸਮੁੰਦਰ ਦੇ ਨੇੜੇ ਤਟਵਰਤੀ ਭਾਗਾਂ ਵਿੱਚ ਬਹੁਤ ਗਰਮੀ ਨਹੀਂ ਪੈਂਦੀ। ਸਰਦੀਆਂ ਦੀ ਰੁੱਤ। ਇਹ ਰੁੱਤ ਨਵੰਬਰ ਤੋਂ ਮਾਰਚ ਮਹੀਨੇ ਦੇ ਅੱਧ ਤੱਕ ਚੱਲਦੀ ਹੈ। ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਤਾਪਮਾਨ ਵਿੱਚ ਬਹੁਤ ਗਿਰਾਵਟ ਆ ਜਾਂਦੀ ਹੈ। ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿੱਚ ਰਾਤਾਂ ਨੂੰ ਠੰਡ ਵਧਣ ਕਾਰਨ ਤਾਪਮਾਨ ਜਮਾਊ ਦਰਜੇ ਤੇ ਪਹੁੰਚ ਜਾਂਦਾ ਹੈ। ਪਹਾੜਾਂ ਵਿੱਚ ਬਰਫ਼ ਪੈਂਦੀ ਹੈ। ਭਾਰਤ ਵਿੱਚ ਸਭ ਤੋਂ ਜ਼ਿਆਦਾ ਠੰਡੀ ਥਾਂ ਜੰਮੂ ਕਸ਼ਮੀਰ ਵਿੱਚ ਦਰਾਸ ਦੀ ਘਾਟੀ ਹੈ। ਇੱਥੇ ਸਰਦੀ ਵਿੱਚ ਤਾਪਮਾਨ -45 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਵਰਖਾ ਦੀ ਰੁੱਤ। ਵਰਖਾ ਰੁੱਤ ਦੀ ਸਾਰੇ ਭਾਰਤ ਵਾਸੀਆਂ ਵੱਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ, ਕਿਉਂਕਿ ਇਹ ਰੁੱਤ ਤੇਜ਼ ਖੁਸ਼ਕ ਗਰਮੀ ਦੀ ਰੁੱਤ ਤੋਂ ਬਾਅਦ ਜੂਨ ਮਹੀਨੇ ਦੇ ਅੱਧ ਤੋਂ ਸ਼ੁਰੂ ਹੋ ਕੇ ਸਤੰਬਰ ਮਹੀਨੇ ਦੇ ਅੱਧ ਤੱਕ ਚੱਲਦੀ ਹੈ। ਇਸ ਰੁੱਤ ਦੇ ਆਉਣ ਨਾਲ ਸਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ। ਮੇਘਾਲਿਆ ਪ੍ਰਾਂਤ ਵਿੱਚ ਪੈਂਦੀਆਂ ਖਾਸੀ ਦੀਆਂ ਪਹਾੜੀਆਂ ਵਿੱਚ ਮੌਸਿਨਰੈਮ ਸਥਾਨ ਤੇ ਸੰਸਾਰ ਭਰ ਦੀ ਸਭ ਤੋਂ ਜ਼ਿਆਦਾ ਸਾਲਾਨਾ ਔਸਤ ਵਰਖਾ 11,861 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ। ਅੱਗੇ ਹੈ ਵਰਖਾ ਦੀ ਵੰਡ। ਸਾਡੇ ਦੇਸ਼ ਭਾਰਤ ਵਿੱਚ ਵਰਖਾ ਹਰ ਪ੍ਰਦੇਸ਼ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਕਿਤੇ ਬਹੁਤ ਜ਼ਿਆਦਾ ਵਰਖਾ ਅਤੇ ਕਿਤੇ ਬਹੁਤ ਘੱਟ ਵਰਖਾ ਹੁੰਦੀ ਹੈ। ਆਓ ਆਪਾਂ ਹੁਣ ਵਰਖਾ ਦੀ ਵੰਡ ਨੂੰ ਸਮਝੀਏ। ਵੱਧ ਵਰਖਾ ਵਾਲੇ ਪ੍ਰਦੇਸ਼। ਇਨ੍ਹਾਂ ਪ੍ਰਦੇਸ਼ਾਂ ਵਿੱਚ ਔਸਤ ਵਰਖਾ 200 ਸੈਂਟੀਮੀਟਰ ਤੋਂ ਵੱਧ ਹੁੰਦੀ ਹੈ। ਮੇਘਾਲਿਆ, ਅਸਾਮ, ਨਾਗਾਲੈਂਡ ਅਤੇ ਪੱਛਮੀ ਘਾਟ ਦੇ ਮੈਦਾਨ ਇਸ ਵਿੱਚ ਆਉਂਦੇ ਹਨ। ਦਰਮਿਆਨੀ ਵਰਖਾ ਵਾਲੇ ਪ੍ਰਦੇਸ਼। ਇਨ੍ਹਾਂ ਪ੍ਰਦੇਸ਼ਾਂ ਵਿੱਚ ਔਸਤ ਵਰਖਾ 100 ਤੋਂ 200 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਹੈ। ਪੱਛਮੀ ਬੰਗਾਲ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼। ਘੱਟ ਵਰਖਾ ਵਾਲੇ ਪ੍ਰਦੇਸ਼। ਔਸਤ ਸਾਲਾਨਾ ਵਰਖਾ 50 ਤੋਂ 100 ਸੈਂਟੀਮੀਟਰ ਤੱਕ ਹੁੰਦੀ ਹੈ। ਉੱਤਰ ਪ੍ਰਦੇਸ਼ ਦਾ ਪੱਛਮੀ ਭਾਗ, ਹਰਿਆਣਾ, ਪੰਜਾਬ, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕ। ਬਹੁਤ ਘੱਟ ਵਰਖਾ ਵਾਲੇ ਪ੍ਰਦੇਸ਼। ਔਸਤ ਸਾਲਾਨਾ ਵਰਖਾ 50 ਸੈਂਟੀਮੀਟਰ ਤੱਕ ਹੁੰਦੀ ਹੈ। ਪੱਛਮੀ ਰਾਜਸਥਾਨ, ਕੱਛ, ਜੰਮੂ ਅਤੇ ਕਸ਼ਮੀਰ ਵਿੱਚ ਲੱਦਾਖ। ਜਲਵਾਯੂ ਦਾ ਅਨੁਮਾਨ ਲਾਉਣ ਵਾਲੇ ਯੰਤਰ। ਕਿਸੇ ਦੇਸ਼ ਦੀ ਜਲਵਾਯੂ ਦਾ ਪਤਾ ਕਰਨ ਲਈ ਕਈ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਆਓ ਹੁਣ ਆਪਾਂ ਇਹਨਾਂ ਯੰਤਰਾਂ ਨੂੰ ਵੇਖੀਏ ਤੇ ਇਹਨਾਂ ਦੀ ਵਰਤੋਂ ਬਾਰੇ ਜਾਣੀਏ। ਉੱਚਤਮ ਅਤੇ ਨਿਊਨਤਮ ਥਰਮਾਮੀਟਰ। ਇਸ ਯੰਤਰ ਦੀ ਵਰਤੋਂ ਤਾਪਮਾਨ ਮਾਪਣ ਲਈ ਕੀਤੀ ਜਾਂਦੀ ਹੈ। ਥਰਮਾਮੀਟਰ ਸ਼ੀਸ਼ੇ ਦੀਆਂ ਦੋ ਜੁੜੀਆਂ ਨਾਲੀਆਂ, ਇੱਕ ਵੱਧ ਤੋਂ ਵੱਧ ਤਾਪਮਾਨ ਅਤੇ ਦੂਜੀ ਨਾਲ ਘੱਟ ਤੋਂ ਘੱਟ ਤਾਪਮਾਨ ਮਾਪਿਆ ਜਾਂਦਾ ਹੈ। ਐਨਰੋਇਡ ਬੈਰੋਮੀਟਰ। ਇਸ ਯੰਤਰ ਨਾਲ ਵਾਯੂ ਦਾਬ ਦਾ ਪਤਾ ਕੀਤਾ ਜਾਂਦਾ ਹੈ। ਧਾਤ ਦੀ ਡੱਬੀ ਵਿੱਚੋਂ ਹਵਾ ਕੱਢ ਕੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਡੱਬੀ ਅੰਦਰ ਲੱਗੇ ਸਪਰਿੰਗ ਨਾਲ ਲੱਗੀ ਹੋਈ ਸੂਈ ਘੁੰਮਦੀ ਹੈ ਅਤੇ ਜਿੰਨਾ ਦਬਾਅ ਪਾ ਕੇ ਸੂਈ ਲਿਖੇ ਹੋਏ ਅੰਕੜਿਆਂ ਤੇ ਜਾ ਕੇ ਟਿਕੇਗੀ, ਉਸ ਨੂੰ ਵਾਯੂ ਦਾਬ ਦਾ ਮਾਪ ਮੰਨਿਆ ਜਾਂਦਾ ਹੈ। ਅਗਲਾ ਹੈ ਵਰਖਾ ਮਾਪਕ ਯੰਤਰ। ਵਰਖਾ ਮਾਪਕ ਯੰਤਰ ਵਿੱਚ ਇੱਕ ਗੋਲ ਬਰਤਨ ਦੇ ਮੂੰਹ ਵਿੱਚ ਇੱਕ ਕੂਪੀ ਹੁੰਦੀ ਹੈ, ਜਿਸ ਰਾਹੀਂ ਵਰਖਾ ਦਾ ਪਾਣੀ ਬੋਤਲ ਵਿੱਚ ਇਕੱਠਾ ਹੋ ਕੇ ਭਾਫ਼ ਬਣ ਕੇ ਉੱਡ ਨਹੀਂ ਸਕਦਾ। ਵਰਖਾ ਦੇ ਮੌਸਮ ਵਿੱਚ ਇਸ ਨੂੰ ਬਾਹਰ ਖੁੱਲੀ ਥਾਂ ਤੇ ਰੱਖ ਕੇ ਵਰਖਾ ਬੰਦ ਹੋਣ ਤੇ ਬੋਤਲ ਵਿੱਚੋਂ ਕੱਢ ਕੇ ਨਿਸ਼ਾਨ ਲੱਗੇ ਸਿਲੰਡਰ ਵਿੱਚ ਪਾ ਕੇ ਮਾਪਿਆ ਜਾਂਦਾ ਹੈ। ਵਰਖਾ ਦਾ ਮਾਪ ਸੈਂਟੀਮੀਟਰ ਜਾਂ ਇੰਚਾਂ ਵਿੱਚ ਦੱਸਿਆ ਜਾਂਦਾ ਹੈ। ਵਾਯੂ ਵੇਗ ਮਾਪਕ। ਇਹ ਹਵਾ ਨੂੰ ਮਾਪਣ ਵਾਲਾ ਯੰਤਰ ਹੈ। ਚਾਰ ਸੀਖਾਂ ਨਾਲ ਖਾਲੀ ਕੌਲੀਆਂ ਇੱਕ ਦੂਜੇ ਦੇ ਲੰਬਕ ਜੋੜੀਆਂ ਜਾਂਦੀਆਂ ਹਨ। ਸੀਖਾਂ ਧਰਤੀ ਦੇ ਸਮਾਂਤਰ ਹੋਣ ਕਾਰਨ ਹਵਾ ਚੱਲਣ ਤੇ ਕੌਲੀਆਂ ਘੁੰਮਦੀਆਂ ਹਨ ਅਤੇ ਸਟੈਂਡ ਤੇ ਲੱਗੀ ਸੂਈ ਘੁੰਮਦੀ ਹੈ ਅਤੇ ਅੰਕੜਿਆਂ ਰਾਹੀਂ ਹਵਾ ਦੀ ਚਾਲ ਮੀਲਾਂ ਜਾਂ ਕਿਲੋਮੀਟਰਾਂ ਵਿੱਚ ਦੱਸੀ ਜਾਂਦੀ ਹੈ। ਵਾਯੂ ਦਿਸ਼ਾ ਸੂਚਕ। ਹਵਾ ਦੀ ਦਿਸ਼ਾ ਜਾਣਨ ਲਈ ਵਾਯੂ ਵੇਗ ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਯੰਤਰ ਉੱਤੇ ਤੀਰ ਜਾਂ ਮੁਰਗੇ ਦੀ ਸ਼ਕਲ ਹੁੰਦੀ ਹੈ ਜੋ ਸਿੱਧੀ ਲੰਮੀ ਧੁਰੀ ਤੇ ਘੁੰਮਦਾ ਹੈ। ਮੁਰਗੇ ਦੇ ਹੇਠਾਂ ਚਾਰ ਦਿਸ਼ਾਵਾਂ ਦੇ ਨਾਂ ਹੇਠਾਂ ਲੱਗੀਆਂ ਸੀਖਾਂ ਤੇ ਲਿਖੇ ਹੁੰਦੇ ਹਨ। ਜਦੋਂ ਹਵਾ ਚੱਲਦੀ ਹੈ ਤਾਂ ਮੁਰਗੇ ਦਾ ਮੂੰਹ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਤੇ ਵਾਯੂ ਦੀ ਦਿਸ਼ਾ ਦਾ ਪਤਾ ਲੱਗ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਸ ਪਾਠ ਦਾ ਆਖਰੀ ਬਹੁਤ ਹੀ ਮਹੱਤਵਪੂਰਨ ਸਿਰਲੇਖ ਕੁਦਰਤੀ ਆਫਤਾਂ ਹਨ। ਕੁਦਰਤੀ ਆਫਤਾਂ। ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰ ਲੈਂਦੇ ਹਨ ਤਾਂ ਉਸ ਨੂੰ ਆਫਤ ਕਿਹਾ ਜਾਂਦਾ ਹੈ ਅਤੇ ਜਦੋਂ ਕੁਦਰਤ ਆਪਣਾ ਵਿਰਾਟ ਰੂਪ ਧਾਰ ਕੇ ਮਨੁੱਖ ਲਈ ਖਤਰੇ ਅਤੇ ਆਫਤਾਂ ਲੈ ਕੇ ਆਉਂਦੀ ਹੈ ਤਾਂ ਅਸੀਂ ਉਸ ਨੂੰ ਕੁਦਰਤੀ ਆਫਤ ਦਾ ਨਾਮ ਦਿੰਦੇ ਹਾਂ, ਜਿਵੇਂ ਹੜ੍ਹ, ਸੋਕਾ, ਭੂਚਾਲ, ਜਵਾਲਾਮੁਖੀ, ਚੱਕਰਵਾਤ, ਬਰਫ਼ ਦੇ ਤੋਦਿਆਂ ਦਾ ਖਿਸਕਣਾ, ਭੂਮੀ ਦਾ ਖਿਸਕਣਾ ਅਤੇ ਸੁਨਾਮੀ ਆਦਿ। ਇੱਥੇ ਆਪਾਂ ਕੁਦਰਤੀ ਤੇ ਭਿਆਨਕ ਤਬਾਹੀ ਮਚਾਉਣ ਵਾਲੀ ਆਫਤ ਸੁਨਾਮੀ ਬਾਰੇ ਪੜਾਂਗੇ। ਸੁਨਾਮੀ। ਸੁਨਾਮੀ ਦਾ ਦੂਸਰਾ ਨਾਮ ਸਮੁੰਦਰੀ ਮਾਰੂ ਲਹਿਰਾਂ ਵੀ ਹੈ। ਜਾਪਾਨੀ ਭਾਸ਼ਾ ਦੇ ਸ਼ਬਦ ਸੁਨਾਮੀ ਦਾ ਅਰਥ ਹੈ ਬੰਦਰਗਾਹ ਦੀ ਲਹਿਰ। ਇਹਨਾਂ ਲਹਿਰਾਂ ਦੇ ਆਉਣ ਤੇ ਸਮੁੰਦਰੀ ਲਹਿਰਾਂ ਤੱਟ ਦੇ ਨੇੜੇ 10 ਤੋਂ 30 ਮੀਟਰ ਤੱਕ ਉੱਚੀਆਂ ਹੋ ਜਾਂਦੀਆਂ ਹਨ। ਇਹਨਾਂ ਦੀ ਚਾਲ 400 ਕਿਲੋਮੀਟਰ ਤੋਂ ਲੈ ਕੇ 1000 ਕਿਲੋਮੀਟਰ ਪ੍ਰਤੀ ਘੰਟਾ ਦੀ ਵੀ ਹੋ ਸਕਦੀ ਹੈ। ਸੁਨਾਮੀ ਆਉਣ ਦੇ ਕਾਰਨ। ਭੂਚਾਲ ਜਾਂ ਜਵਾਲਾਮੁਖੀ ਸੁਨਾਮੀ ਦੇ ਉਤਪੰਨ ਹੋਣ ਦੇ ਮੁੱਖ ਕਾਰਨ ਹਨ। ਸੁਨਾਮੀ ਦੇ ਪ੍ਰਭਾਵ। ਜਾਨ ਮਾਲ ਦੀ ਹਾਨੀ, ਫਸਲਾਂ ਦੀ ਹਾਨੀ, ਇਮਾਰਤਾਂ ਅਤੇ ਆਵਾਜਾਈ ਦੇ ਸਾਧਨਾਂ ਦੀ ਹਾਨੀ। ਪਿਆਰੇ ਵਿਦਿਆਰਥੀਓ, ਭਾਰਤ ਵਿੱਚ ਇਹ ਸੁਨਾਮੀ ਸਾਲ 2004 ਦਸੰਬਰ ਦੇ ਮਹੀਨੇ ਆਈ ਸੀ। ਭਾਰਤ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ, ਤਮਿਲਨਾਡੂ ਦੀ ਤੱਟ, ਆਂਧਰਾ ਪ੍ਰਦੇਸ਼ ਅਤੇ ਕੇਰਲ ਪ੍ਰਾਂਤਾਂ ਵਿੱਚ ਇਸ ਸੁਨਾਮੀ ਨਾਲ ਬਹੁਤ ਤਬਾਹੀ ਹੋਈ ਸੀ। ਬਹੁਤ ਸਾਰੇ ਲੋਕ ਮਾਰੇ ਗਏ ਸਨ। ਲੱਖਾਂ ਲੋਕ ਬੇਘਰ ਹੋ ਗਏ। ਫਸਲਾਂ ਦੀ ਤਬਾਹੀ ਦੇ ਨਾਲ-ਨਾਲ ਲੱਖਾਂ ਮਕਾਨ, ਦੁਕਾਨਾਂ ਅਤੇ ਹੋਰ ਇਮਾਰਤਾਂ ਢਹਿ ਢੇਰੀ ਹੋ ਗਈਆਂ ਸਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਭਾਰਤ
ਦੀ ਜਲਵਾਯੂ ਉੱਤੇ ਵਿਸਤਾਰ ਨਾਲ ਜਾਣਕਾਰੀ ਅਤੇ ਕੁਦਰਤੀ ਆਫਤ ਸੁਨਾਮੀ ਤੇ ਇੱਕ ਝਾਤ।